कि ਜਿਹੜਾ ਰੱਖੜੀ ਦਾ ਤਿਉਹਾਰ ਹੈ ਉਹ ਸਿੱਖਾਂ ਦਾ ਤਿਉਹਾਰ ਹੈ ਜਾਂ ਨਹੀਂ। ਕਲੀਅਰ ਕੱਟ ਜਿਹਾ ਆਨਸਰ ਹੈ ਜੀ ਕਿ ਸਿੱਖਾਂ ਦਾ ਤਿਉਹਾਰ ਰੱਖੜੀ ਨਹੀਂ ਹੈ ਜੀ। ਇਹਦੇ ਵਿੱਚ ਤਾਂ ਕੋਈ ਦੋ ਰਾਏ ਹੈ ਨਹੀਂ। ਉਹ ਰੱਖੜੀ ਜਿਹੜੀ ਹੈ ਉਹ ਪਾਲਕੀ ਸਾਹਿਬ ਤੱਕ ਪਹੁੰਚ ਗਈ ਵੀ ਜਿਨ੍ਹਾਂ ਭੈਣਾਂ ਦੇ ਕੋਲ ਵੀਰ ਨਹੀਂ ਹੈਗੇ ਉਹ ਪਾਲਕੀ ਸਾਹਿਬ ਨੂੰ ਰੱਖੜੀ ਬੰਨ੍ਹਦੀਆਂ ਨੇ। ਤੇ ਜੇ ਗੁਰੂ ਨਾਨਕ ਦੇ ਗੁੱਟ ਦੇ ਉੱਤੇ ਵਾਕਈ ਬੇਬੇ ਨਾਨਕੀ ਨੇ ਰੱਖੜੀ ਬੰਨੀ ਹੁੰਦੀ ਤਾਂ ਮੈਨੂੰ ਯਕੀਨ ਆ ਕਿ ਬਾਬੇ ਨਾਨਕ ਨੇ ਭੈਣ ਨਾਨਕੀ ਦੇ ਵੀ ਜ਼ਰੂਰ ਬੰਨਣੀ ਸੀਗੀ ਜੀ ਜੀ। ਫਿਰ ਉਹ ਵੀ ਨਾਲ ਇੱਕ ਤਸਵੀਰ ਚੱਲਣੀ ਸੀ। ਅੱਜ ਜਦੋਂ ਧੀਆਂ ਆਪ ਕਮਾਉਂਦੀਆਂ ਨੇ ਤੇ ਬਕਾਇਦਾ ਆਪਣੇ ਭਰਾਵਾਂ ਨੂੰ ਦੇ ਸਕਦੀਆਂ ਨੇ। ਹੁਣ ਗੁਰੂ ਸਾਹਿਬ ਜਿਹੜੇ ਨੇ ਜੋਤੀ ਜੋਤ ਸਮਾ ਜਾਂਦੇ ਨੇ 1539 ਨੂੰ ਤੇ ਜਿਹੜੀ ਹੁਣ ਵਾਲੀ ਰੱਖੜੀ ਦੀ ਰਸਮ ਹੈ ਉਹ ਤੇ ਆਪਾਂ ਕਿ 1905 ਦੇ ਵਿੱਚ ਸ਼ੁਰੂ ਹੁੰਦੀ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਅਕਾਲ ਚੈਨਲ ਵੱਲੋਂ ਹਮੇਸ਼ਾ ਹੀ ਸਿੱਖੀ ਸਿਧਾਂਤਾਂ ਦੀ ਜਿਹੜੀ ਗੱਲ ਹੈ ਉਹ ਪਹਿਲ ਦੇ ਆਧਾਰ ਤੇ ਕੀਤੀ ਜਾਂਦੀ ਹੈ ਔਰ ਸਮਾਜ ਦੇ ਵਿੱਚ ਬਹੁਤ ਸਾਰੇ ਆਪਾਂ ਕਹੀਏ ਕਿ ਇਹੋ ਜਿਹੇ ਤਿਉਹਾਰ ਵੀ ਹੁੰਦੇ ਨੇ ਜਿਨ੍ਹਾਂ ਨੂੰ ਸਮਾਜ ਦੇ ਲੋਕ ਮਨਾਉਂਦੇ ਤਾਂ ਹੁੰਦੇ ਨੇ ਪਰ ਉਹਨਾਂ ਨੂੰ ਉਸ ਦੇ ਇਤਿਹਾਸਿਕ ਪਿਛੋਕੜ ਬਾਰੇ ਬਹੁਤਾ ਜ਼ਿਆਦਾ ਪਤਾ ਨਹੀਂ ਹੁੰਦਾ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਕਿਸੇ ਦਾ ਦਿਲ ਦਿਖਾਉਣਾ ਨਹੀਂ ਹੈ ਕਿਉਂਕਿ ਅਸੀਂ ਇੱਕ ਆਜ਼ਾਦ ਦੇਸ਼ ਦੇ ਵਿੱਚ ਰਹਿ ਰਹੇ ਹਾਂ ਔਰ ਹਰੇਕ ਨੂੰ ਆਪਣੀ ਗੱਲ ਕਰਨ ਆਪਣੇ ਤਿਉਹਾਰ ਮੰਨਣ ਦਾ ਪੂਰਾ ਹੱਕ ਹੈ। ਪਰ ਜਦੋਂ ਵੀ ਅਸੀਂ ਬਾਉਂਡਰੀਜ਼ ਕ੍ਰੋਸ ਕਰਦੇ ਹਾਂ ਤੇ ਸਮੱਸਿਆ ਉੱਥੇ ਸ਼ੁਰੂ ਹੁੰਦੀ ਹੈ, ਚਾਹੇ ਉਹ ਧਰਮਾਂ ਦੇ ਵਿਚਕਾਰ ਹੋਵੇ ਚਾਹੇ ਉਹ ਆਪਾਂ ਕਹਿ ਲਈਏ ਕਿ ਕਲਚਰ ਦੇ ਬਿਟਵੀਨ ਹੋਵੇ। ਜਦੋਂ ਹੱਦਾਂ ਜਿਹੜੀਆਂ ਨੇ ਉਹ ਪਾਰ ਹੁੰਦੀਆਂ ਨੇ, ਜਦੋਂ ਇਹ ਕਿਸੇ ਆਪਾਂ ਕਹਿ ਲਈਏ ਕਿ ਕਲਚਰ ਦੀ ਹੱਦ ਪਾਰ ਹੋ ਕੇ ਰਿਲੀਜਨ ਦੇ ਵਿੱਚ ਆਉਂਦੀ ਹੈ ਤੇ ਉੱਥੇ ਜੋ ਰਿਲੀਜਨ ਦਾ ਜੋ ਧਰਮ ਦਾ ਸਿਧਾਂਤ ਹੈ ਉਹ ਵੀ ਪਰਪੱਕ ਕਰਾਉਣਾ ਜਿਹੜਾ ਹੈ ਇੱਕ ਜ਼ਿੰਮੇਵਾਰ ਮੀਡੀਆ ਦਾ ਫਰਜ਼ ਬਣਦਾ ਹੈ। ਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਰੱਖੜੀ ਦੇ ਤਿਉਹਾਰ ਬਾਰੇ। ਸਾਉਣ ਦੇ ਮਹੀਨੇ ਦੇ ਵਿੱਚ ਜਿਹੜਾ ਹੈ ਸਾਡੇ ਹਿੰਦੂ ਭਰਾ ਇਸ ਨੂੰ ਰਕਸ਼ਾ ਬੰਧਨ ਕਹਿੰਦੇ ਨੇ, ਉਹਨਾਂ ਵੱਲੋਂ ਮਨਾਇਆ ਜਾਂਦਾ ਹੈ ਤਿਉਹਾਰ ਹੈ। ਜਿਨ੍ਹਾਂ ਦਾ ਹੈ ਉਹਨਾਂ ਨੂੰ ਮੁਬਾਰਕ, ਅਸੀਂ ਉੱਤੇ ਕੋਈ ਓਬਜੈਕਸ਼ਨ ਕਰਦੇ ਵੀ ਨਹੀਂ ਔਰ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਵੀ ਨਹੀਂ ਹੈ। ਪਰ ਉਸ ਦੇ ਨਾਲ ਨਾਲ ਬਹੁਤ ਸਾਰੇ ਸਿੱਖ ਵੀਰ ਭੈਣ ਭਰਾ ਵੀ ਜਿਹੜੇ ਨੇ ਇਸ ਨੂੰ ਮਨਾਉਂਦੇ ਨੇ। ਪਰ ਗੱਲ ਅਸੀਂ ਉੱਥੇ ਹੀ ਕਰਦੇ ਹਾਂ ਕਿ ਓਬਜੈਕਸ਼ਨ ਉੱਥੇ ਹੁੰਦਾ ਹੈ ਜਦੋਂ ਇਹ ਕਿਤੇ ਨਾ ਕਿਤੇ ਆ ਕੇ ਜਿਹੜਾ ਹੈ ਧਰਮ ਇਸ ਦੇ ਵਿੱਚ ਇਨਵੋਲਵ ਹੋ ਜਾਂਦਾ ਹੈ। ਤੇ ਸਾਡੇ ਨਾਲ ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਕਿਰਨਪ੍ਰੀਤ ਕੌਰ ਜੀ ਜੋ ਕਿ ਸਿੱਖ ਸਕੋਲਰ ਵੀ ਨੇ। ਆ ਉਹਨਾਂ ਦਾ ਸਵਾਗਤ ਕਰੀਏ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਆਪਾਂ ਸ਼ੁਰੂਆਤ ਕਰਨੀ ਹੈਗੀ ਹੈ ਕਿ ਸਵਾਲ ਪਹਿਲਾਂ ਆਪਾਂ ਬੇਸਿਕ ਹੀ ਰੱਖਣਾ ਕਿ ਕੀ ਜਿਹੜਾ ਰੱਖੜੀ ਦਾ ਤਿਉਹਾਰ ਹੈ ਉਹ ਸਿੱਖਾਂ ਦਾ ਤਿਉਹਾਰ ਹੈ ਜਾਂ ਨਹੀਂ। ਇਹ ਤਾਂ ਬੜਾ ਕਲੀਅਰ ਕੱਟ ਜਿਹਾ ਆਨਸਰ ਹੈ ਜੀ ਕਿ ਸਿੱਖਾਂ ਦਾ ਤਿਉਹਾਰ ਰੱਖੜੀ ਨਹੀਂ ਹੈ ਜੀ। ਇਹਦੇ ਵਿੱਚ ਤਾਂ ਕੋਈ ਦੋ ਰਾਏ ਹੈ ਨਹੀਂ। ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ, ਜਿੱਦਾਂ ਤੁਸੀਂ ਗੱਲ ਕਹੀ ਆ ਕਿ ਕਲਚਰ ਜਿਹੜਾ ਆ ਉਹ ਜਦੋਂ ਬਾਉਂਡਰੀਜ਼ ਕ੍ਰੋਸ ਹੁੰਦੀਆਂ ਜੀ। ਸਿੱਖੀ ਜਦੋਂ ਆਪਾਂ ਰਿਲੀਜਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕੋਈ ਵੀ ਰੱਖੜੀ ਦਾ ਕਨਸੈਪਟ ਨਹੀਂ। ਉਹਦਾ ਸਿੰਪਲ ਔਰ ਸਟ੍ਰੇਟ ਫਾਰਵਰਡ ਆਨਸਰ ਇਹ ਆ ਕਿ ਸਾਡੇ ਗੁਰੂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਤੁਸੀਂ ਆਪਣੀ ਰੱਖਿਆ ਲਈ ਕਿਸੇ ਹੋਰ ਦੇ ਉੱਤੇ ਡਿਪੈਂਡ ਹੋਵੋ ਜੀ, ਚਾਹੇ ਉਹ ਔਰਤ ਆ ਚਾਹੇ ਉਹ ਮਰਦ ਆ ਜੀ। ਉਹਨਾਂ ਨੇ ਸਾਫ਼ ਕਿਹਾ ਆ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਹੈ ਨਾ। ਔਰ ਗੁਰੂ ਮਹਾਰਾਜ ਸਾਫ਼ ਲਿਖਦੇ ਆ ਕਿ ਹਰ ਜਨ ਕਾ ਰਾਖਾ ਪ੍ਰਭ ਏਕ ਹੈ, ਹਰ ਜਨ ਕਾ ਰਾਖਾ ਏਕ ਹੈ। ਉਹ ਆਪਣੇ ਉਹ ਸਿਰਫ ਸਭ ਦਾ ਰਾਖਾ ਇੱਕੋ ਹੀ ਆ ਤੇ ਜਦੋਂ ਮੇਰਾ ਰਾਖਾ ਵੀ ਉਹ ਤੁਹਾਡਾ ਵੀ ਉਹੀ ਤੇ ਫਿਰ ਮੈਂ ਆਪਣੀ ਡਿਪੈਂਡੈਂਸ ਤੁਹਾਨੂੰ ਰੱਖੜੀ ਬੰਨ ਕੇ ਕਹਾਂ ਕਿ ਤੁਸੀਂ ਮੇਰੀ ਰੱਖਿਆ ਕਰੋ। ਇਹ ਤਾਂ ਧਰਮ ਸਾਡੇ ਸਿੱਖੀ ਸਿਧਾਂਤਾਂ ਦੇ ਤਾਂ ਬਿਲਕੁਲ ਪਾਰਖੂ ਗੱਲ ਵੀ ਨਹੀਂ ਹੈਗੀ, ਬਿਲਕੁਲ ਲਾਗੇ ਆਉਂਦੀ ਹੋਣੀ ਜੀ। ਹਾਂ, ਹੁਣ ਗੱਲ ਆਉਂਦੀ ਹੈ ਕਲਚਰ ਦੀ ਜੀ। ਬਹੁਤ ਸਾਰੇ ਕਿਉਂਕਿ ਜਿਹੜੀਆਂ ਚੀਜ਼ਾਂ ਕਲਚਰਲੀ ਇਵੋਲਵ ਹੁੰਦੀਆਂ ਨਾ, ਕਿਉਂਕਿ ਪੰਜਾਬੀ ਕਲਚਰ ਦੇ ਵਿੱਚ ਰੱਖੜੀ ਹੈਗੀ ਆ ਜੀ। ਹੁਣ ਉਹ ਜਿਹੜਾ ਸਿੱਖ ਕਹਿੰਦਾ ਕਿ ਮੈਂ ਮਨਾਉਣੀ ਆ ਉਹ ਉਹਦੀ ਮਰਜ਼ੀ ਆ, ਉਹ ਕਰੀ ਜਾਂਦਾ, ਉਹਦੀ ਮਰਜ਼ੀ ਆ। ਉਹ ਜੇ ਭੈਣਾਂ ਨੂੰ ਲੱਗਦਾ ਕਿ ਚਲੋ ਠੀਕ ਆ ਪੈਸੇ ਠੱਗਣ ਦਾ ਤਰੀਕਾ ਹੈਗਾ, ਤੁਸੀਂ ਪੈਸੇ ਲੈਣੇ ਆਪਣੇ ਭਰਾ ਕੋਲ ਤਾਂ ਲਈ ਚੱਲੋ, ਕੋਈ ਗੱਲ ਨਹੀਂ। ਪਰ ਇਹਨੂੰ ਸਿੱਖੀ ਨਾਲ ਨਹੀਂ ਆਪਾਂ ਜੋੜ ਸਕਦੇ। ਇਹ ਨਹੀਂ ਆਪਾਂ ਕਹਿ ਸਕਦੇ ਕਿ ਇਹ ਮੇਰਾ, ਜੇ ਤੁਸੀਂ ਇਹ ਸੋਚ ਕੇ ਰੱਖੜੀ ਬੰਨ ਰਹੇ ਆ ਕਿ ਮੈਂ ਰੱਖੜੀ ਬੰਨੀ ਤੇ ਮੇਰਾ ਭਰਾ ਮੇਰੀ ਰੱਖਿਆ ਕਰੂਗਾ, ਉਹ ਗੱਲ ਝੂਠੀ ਆ। ਹਾਂ, ਪੈਸੇ ਦਾ ਲੈਣ ਦੇਣ ਕਰਨਾ ਤੁਹਾਡੀ ਸ਼ਰਧਾ ਆ, ਮਤਲਬ ਉਹ ਤੇ ਆਪਾਂ ਕਹੀ ਕਿ ਸਾਲ ਬਾਅਦ ਰੀਨਿਊ ਕਰਨਾ ਪੈਂਦਾ, ਉਹ ਵਾਲਾ ਹਿਸਾਬ ਹੋ ਗਿਆ। ਹਾਂਜੀ, ਇਹ ਰਿਸ਼ਤਾ ਸਾਡਾ ਜਿਹੜਾ ਰਿਫਰੈਸ਼ ਬਟਨ ਤੇ ਲੱਗ ਗਿਆ। ਪਰ ਸੋ ਇਹ ਕਲਚਰਲੀ ਜੇ ਕੋਈ ਮਨਾਉਂਦਾ ਆ ਉਹਦੀ ਮਰਜ਼ੀ ਆ, ਪਰ ਧਾਰਮਿਕ ਤੌਰ ਦੇ ਉੱਤੇ ਸਿੱਖਾਂ ਦੇ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ। ਇਸ ਗੱਲ ਨੂੰ ਤਾਂ ਬੜਾ ਕਲੀਅਰ, ਇਹਦੇ ਵਿੱਚ ਕੋਈ ਦੋ ਰਾਏ ਹੈ ਨਹੀਂ ਜੀ ਜੀ। ਬਿਲਕੁਲ ਜੀ। ਔਰ ਦੂਸਰੇ ਬੰਨੇ ਜੇ ਆਪਾਂ ਦੇਖੀਏ ਕਿ ਜਦੋਂ ਤੱਕ ਸਿੱਖਾਂ ਵੱਲੋਂ ਇਹ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਸੀ ਸਾਰਾ ਕੁਝ ਠੀਕ ਸੀ, ਉਦੋਂ ਕਾ ਸਭ ਕੁਝ ਠੀਕ ਚੱਲਿਆ। ਪਰ ਜਦੋਂ ਇਸ ਤੇ ਓਬਜੈਕਸ਼ਨ ਉੱਠਣੇ ਸ਼ੁਰੂ ਹੋ ਗਏ ਤੇ ਉਦੋਂ ਇੱਕ ਫੋਟੋ ਜਿਹੜੀ ਹੈ, ਇੱਕ ਤਸਵੀਰ ਗੁਰੂ ਨਾਨਕ ਸਾਹਿਬ ਦੀ ਤਿਆਰ ਕੀਤੀ ਗਈ ਬੇਬੇ ਨਾਨਕੀ ਜੀ ਦੇ ਨਾਲ,
ਇਸੇ ਹੀ ਰੂਪ ਦੇ ਵਿੱਚ, ਜਿਸ ਰੂਪ ਦੇ ਵਿੱਚ ਇਹ ਜਿਹੜਾ ਤਿਉਹਾਰ ਹੈ ਹੁਣ ਮਨਾਇਆ ਜਾਂਦਾ, ਜਾਂ ਆਪਾਂ ਦੇਖ ਲਈਏ ਕਿ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਕਹਿ ਲਈਏ ਜਾਂ ਪਿਛਲੇ 40-50 ਸਾਲਾਂ ਤੋਂ ਜੋ ਮਨਾਇਆ ਜਾਂਦਾ, ਉਸੇ ਤਰੀਕੇ ਦੇ ਨਾਲ ਇੱਕ ਗੁਰੂ ਨਾਨਕ ਸਾਹਿਬ ਦੀ ਤਸਵੀਰ ਜਿਹੜੀ ਹੈ ਉਹ ਵਾਇਰਲ ਹੁੰਦੀ ਹੈ। ਔਰ ਆਮ ਹੀ ਸਿੱਖ ਘਰਾਂ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ, ਇੱਥੇ ਵੀ ਅਸੀਂ ਕਈ ਘਰਾਂ ਦੇ ਵਿੱਚ ਦੇਖੀ ਹੈ, ਉਹ ਦੇਖੀ ਜਾਂਦੀ ਹੈ। ਹੁਣ ਤਾਂ ਇਦਾਂ ਦਾ ਹੋ ਗਿਆ ਕਿ ਇਹਦੇ ਕਾਰਡ ਵੀ ਛਪਣ ਲੱਗੇ ਔਰ ਕਾਰਡਾਂ ਤੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ। ਇੱਥੇ ਆ ਕੇ ਅਸੀਂ ਕਹਿੰਦੇ ਕਿ ਜਦੋਂ ਕਲਚਰ ਧਰਮ ਦੀ ਬਾਉਂਡਰੀਜ਼ ਕ੍ਰਾਸ ਕਰਕੇ ਤੇ ਉਹ ਧਰਮ ਦੇ ਵਿੱਚ ਆ ਜਾਂਦਾ ਹੈ ਤੇ ਉਸ ਦੇ ਵਿੱਚ ਸਮੱਸਿਆ ਇਹਦੀ ਹੈ, ਗਲਤੀ ਵੀ ਸਾਡੀ ਹੀ ਹੈ। ਔਰ ਇੱਥੇ ਆ ਕੇ ਗੱਲ ਰੁਕੀ ਨਹੀਂ, ਉਹ ਰੱਖੜੀ ਜਿਹੜੀ ਹੈ ਉਹ ਪਾਲਕੀ ਸਾਹਿਬ ਤੱਕ ਪਹੁੰਚ ਗਈ ਵੀ ਜਿਨ੍ਹਾਂ ਭੈਣਾਂ ਦੇ ਕੋਲ ਵੀਰ ਨਹੀਂ ਹੈਗੇ ਉਹ ਪਾਲਕੀ ਸਾਹਿਬ ਨੂੰ ਰੱਖੜੀ ਬੰਨ੍ਹਦੀਆਂ ਨੇ। ਹੁਣ ਫਰਜ਼ ਤੇ ਇੱਥੇ ਸਾਡੇ ਪ੍ਰਚਾਰਕਾਂ ਦਾ ਚਾਹੀਦਾ ਸੀ, ਜੇ ਉੱਥੇ ਪੰਥ ਸਟਰੋਂਗ ਹੁੰਦਾ ਤੇ ਉੱਥੇ ਆਪਾਂ ਕਹੀ ਕਿ ਗ੍ਰੰਥ ਨੂੰ ਸਮੱਸਿਆ ਨਹੀਂ ਸੀ ਪੈਣੀ, ਵੀ ਜੇ ਉੱਥੇ ਆਪਾਂ ਕਹੀ ਕਿ ਗ੍ਰੰਥੀ ਸਿੰਘ ਸੂਝਵਾਨ ਹੁੰਦੇ ਤੇ ਉਹ ਕਹਿ ਸਕਦੇ ਸੀ ਕਿ ਇਹ ਮਨਮਤ ਹੈਗੀ ਆ, ਤੁਸੀਂ ਇਹਨੂੰ ਧਰਮ ਦੇ ਵਿੱਚ ਇਨਵੋਲਵ ਨਾ ਕਰੋ। ਇਹਦੇ ਥੋੜਾ ਜਿਹਾ ਇਤਿਹਾਸ ਬਾਰੇ ਕਿ ਕਿੱਥੋਂ ਸ਼ੁਰੂ ਹੋਈ, ਕਿੱਦਾਂ ਆਈ ਔਰ ਸਿੱਖ ਧਰਮ ਦੇ ਵਿੱਚ ਕਿੱਦਾਂ ਆਈ, ਔਰ ਜਿਹੜੀ ਅਜੋਕੀ ਰੱਖੜੀ ਹੁਣ ਜਿਹੜੀ ਚੱਲਦੀ ਹੈ ਇਹ ਕਦੋਂ ਤੋਂ ਸ਼ੁਰੂ ਹੋਈ, ਥੋੜਾ ਇਹਦੇ ਬਾਰੇ ਦੱਸੋ। ਕੀ ਇਹ ਤਸਵੀਰ ਦੇ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ? ਮੈਂ ਓਕੇ, ਪਹਿਲਾਂ ਤੇ ਆਪਾਂ ਤਸਵੀਰ ਦੀ ਹੀ ਗੱਲ ਕਰ ਲਈਏ। ਇਹ ਮੇਰਾ ਮਤਲਬ ਆ ਕਿ ਸਿਰਫ ਆਪਾਂ ਸਾਰਿਆਂ ਤੱਕ ਇਹ ਕੁਐਸਚਨ ਸੁੱਟ ਦਿੰਨੇ ਆ ਜੀ। ਇਹ ਅੱਗੇ ਤੁਸੀਂ ਸਭ ਜਿਹੜੇ ਤੁਹਾਡੇ ਸਰੋਤੇ ਆ ਉਹਨਾਂ ਨੇ ਸਾਰਿਆਂ ਨੇ ਸੋਚਣਾ ਕਿ ਇਹਦੇ 'ਚ ਕੀ ਸੱਚਾਈ ਹੈ। ਦੇਖੋ ਜੀ, ਗੁਰੂ ਨਾਨਕ ਪਾਤਸ਼ਾਹ ਉਹ ਨੇ ਜਿਹੜੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਜਨੇਊ ਪਾਓ ਕਿਉਂਕਿ ਤੁਸੀਂ ਧਰਮ 'ਚ ਆ ਜਾਓਗੇ ਤਾਂ ਉਹ ਕਹਿੰਦੇ ਆ ਕਿ ਪਹਿਲਾਂ ਮੇਰੀ ਭੈਣ ਦੇ ਪਾਓ। ਤੇ ਜਦੋਂ ਪੰਡਤ ਕਹਿੰਦਾ ਕਿ ਨਹੀਂ ਜੀ ਉਹ ਤਾਂ ਔਰਤ ਆ, ਉਹ ਨਹੀਂ ਜਨੇਊ ਪਾ ਨਹੀਂ ਸਕਦੀ, ਤੇ ਉਹ ਕਹਿੰਦੇ ਫਿਰ ਮੈਂ ਇਹੋ ਜਿਹੇ ਜਨੇਊ ਨੂੰ ਕੁਛ ਨਹੀਂ ਕਰਨਾ। ਜਿਹੜੇ ਉਸ ਲੈਵਲ ਦੇ ਉੱਤੇ ਇਕੁਐਲਿਟੀ ਦੀ ਗੱਲ ਕਰ ਰਹੇ ਆ, ਤੇ ਜੇ ਗੁਰੂ ਨਾਨਕ ਦੇ ਗੁੱਟ ਦੇ ਉੱਤੇ ਵਾਕਈ ਬੇਬੇ ਨਾਨਕੀ ਨੇ ਰੱਖੜੀ ਬੰਨੀ ਹੁੰਦੀ ਤਾਂ ਮੈਨੂੰ ਯਕੀਨ ਆ ਕਿ ਬਾਬੇ ਨਾਨਕ ਨੇ ਭੈਣ ਨਾਨਕੀ ਦੇ ਵੀ ਜ਼ਰੂਰ ਬੰਨਣੀ ਸੀਗੀ, ਫਿਰ ਉਹ ਵੀ ਨਾਲ ਇੱਕ ਤਸਵੀਰ ਚੱਲਣੀ ਸੀ। ਕਿਉਂਕਿ ਐਸਾ ਰੈਵੋਲੂਸ਼ਨਰੀ ਜਾਂ ਕਿਉਂਕਿ ਸਾਡੀ ਜਿੰਨੀ ਕੁ ਮੱਤ ਹੁੰਦੀ ਆ, ਜਿੰਨੇ ਕੁ ਸਾਡੇ ਟਰਮੀਨੋਲੋਜੀਜ਼ ਆ, ਕਿਉਂਕਿ ਗੁਰੂ ਨਾਨਕ ਨੂੰ ਅੱਖਰਾਂ ਵਿੱਚ ਪਰੋਣਾ ਪੋਸੀਬਲ ਨਹੀਂ ਹੈਗਾ, ਜਿੰਨੀ ਕੁ ਸਾਡੀ ਵੋਕੈਬਲਰੀ ਆ ਜੇ ਆਪਾਂ ਉਹਦੇ ਵਿੱਚ ਵੇਖੀਏ ਤਾਂ ਜਿਹੜਾ ਇਹੋ ਜਿਹੀ ਸੋਚ ਦੇ ਧਾਰਨੀ ਹੋਣ ਉਹ ਕਿੱਦਾਂ ਕਹਿਣਗੇ ਕਿ ਚੱਲ ਤੂੰ ਮੇਰੀ ਰੱਖੜੀ ਬੰਨ੍ਹ ਤੇ ਮੈਂ ਤੇਰੀ ਹਿਫਾਜ਼ਤ ਕਰੂੰਗਾ। ਜਦੋਂ ਇਹ ਸਾਡੀਆਂ ਸਾਖੀਆਂ 'ਚ ਆਉਂਦਾ ਆ ਕਿ ਜਦੋਂ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਦੇ ਪਿਤਾ ਜੀ ਹੱਥ ਚੁੱਕਦੇ ਆ ਤੇ ਮਾਤਾ ਨਾਨਕੀ ਉਹਨਾਂ ਨੂੰ ਬਚਾਉਣ ਆਉਂਦੇ ਆ, ਤਾਂ ਮੈਨੂੰ ਯਕੀਨ ਆ ਕਿ ਗੁਰੂ ਨਾਨਕ ਨੇ ਕਹਿਣਾ ਸੀਗਾ ਕਿ ਤੂੰ ਮੇਰੀ ਰੱਖਿਆ ਕੀਤੀ ਆ ਤੇ ਮੈਂ ਤੇਰੇ ਰੱਖੜੀ ਬੰਨ੍ਹਦਾ ਆ, ਹੈ ਨਾ। ਸੋ ਉਹ ਜਿਹੜੀ ਇੱਥੋਂ ਹਿਸਾਬ ਲਾ ਲਓ ਕਿ ਇਹ ਕਿੰਨੀ ਕੁ ਸੱਚੀ ਹੋ ਸਕਦੀ ਆ ਇਹ ਗੱਲ। ਦੂਸਰੀ ਗੱਲ ਜਿਹੜੀ ਹੈਗੀ ਕਿ ਇਹ ਜਦੋਂ ਵੀ ਅਸੀਂ ਕਿਸੇ ਚੀਜ਼ ਦੇ ਉੱਤੇ ਵੀ ਕਿੰਤੂ ਪਰੰਤੂ ਕਰਦੇ ਆ ਨਾ, ਤਾਂ ਅਗਲੇ ਬੜੇ ਸਿਆਣੇ ਆ, ਉਹਨਾਂ ਨੇ ਉਸੇ ਵੇਲੇ ਉਹਨੂੰ ਇੱਕ ਪੋਰਟਰੇਟ ਦੇ ਤੌਰ ਦੇ ਵਿੱਚ ਤੁਹਾਡੇ ਸਾਹਮਣੇ ਪਰੋਸ ਦਿੰਦੇ ਆ। ਅਸੀਂ ਕਹਿੰਦੇ ਆ ਕਿ ਗੁਰੂ ਨਾਨਕ ਕਹਿੰਦੇ ਆ ਗਲੀ ਜਿੰਨਾ ਜਪ ਮਾਲੀਆਂ, ਤੇ ਉਹਨਾਂ ਨੇ ਗੁਰੂ ਨਾਨਕ ਦੇ ਗਲੇ ਦੇ ਵਿੱਚ ਮਾਲਾ ਪਾ ਦਿੱਤੀ ਔਰ ਉਹ ਫੋਟੋ ਸਾਡੇ ਘਰ 'ਚ ਆ, ਉਹ ਬਕਾਇਦਾ ਉਂਗਲ ਦੇ ਉੱਤੇ ਵੀ ਲਪੇਟੀ ਹੁੰਦੀ ਹੈ। ਮੈਂ ਛੋਟੀ ਹੁੰਦੀ ਵੀ ਪੁੱਛਦੀ ਹੁੰਦੀ ਸੀ ਵੀ ਕਿ ਗੁਰੂ ਨਾਨਕ ਨੂੰ ਮਾਲਾ ਦੀ ਕੀ ਲੋੜ ਪੈ ਗਈ, ਤੇ ਪਰ ਉਹਨਾਂ ਨੇ ਪਾ ਦਿੱਤੀ। ਫਿਰ ਹਰ ਇੱਕ ਚੀਜ਼ ਜੋ ਤੁਸੀਂ ਮਨਾ ਕਰੋਗੇ ਉਹ ਤੁਹਾਡੇ ਸਾਹਮਣੇ ਇੱਕ ਵਿਜ਼ੂਅਲ ਫਾਰਮੈਟ 'ਚ ਲਿਆ ਕੇ ਰੱਖ ਦੇਣਗੇ। ਹੁਣ ਇਹ ਦੇਖਣਾ ਤੁਸੀਂ ਆ ਕਿ ਤੁਸੀਂ ਉਹਨਾਂ ਫੋਟੋਆਂ ਨੂੰ ਆਪਣੇ ਘਰਾਂ ਦੇ ਵਿੱਚ ਥਾਂ ਦੇਣਾ ਕਿ ਨਹੀਂ ਦੇਣਾ, ਉਹ ਤੁਸੀਂ ਦੇਖਣਾ ਹੈ। ਅਗਲਾ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਸੀਗਾ ਕਿ ਜਿਹੜੀ ਰੱਖੜੀ ਦਾ, ਹੁਣ ਦੇਖੋ ਜਿਹੜੀ ਰੱਖੜੀ ਹੈ ਨਾ, ਜਿਹੜੇ ਹਿੰਦੂ ਵੀਰ ਵੀ ਜੋ ਮਨਾਉਂਦੇ ਆ ਰੱਖੜੀ, ਸ਼ਾਇਦ ਉਹਨਾਂ ਦੇ ਵਿੱਚੋਂ ਵੀ ਬਹੁਤੇ ਰੱਖੜੀ ਦੇ ਇਤਿਹਾਸ ਤੋਂ ਜਾਣੂ ਨਹੀਂ। ਰੱਖੜੀ ਇੱਕ ਕਲਚਰਲ ਕਨਸੈਪਟ ਆ ਜਿਹਨੂੰ ਰਕਸ਼ਾ ਬੰਧਨ ਕਹਿੰਦੇ ਆ। ਤਾਂ ਬੇਸਿਕਲੀ ਇਹ ਬਹੁਤ ਪੁਰਾਣੀ ਚੀਜ਼, ਬੜੀ ਪੁਰਾਣੀ ਰਵਾਇਤ ਚੱਲੀ ਆਈ। ਇਹਦੇ ਸ਼ਕਲਾਂ ਬਦਲਦੀਆਂ ਗਈਆਂ, ਇਹਦੇ ਫਾਰਮੈਟ ਬਦਲਦੇ ਗਏ। ਮੈਂ ਉਸੇ ਚੀਜ਼ ਦੀ ਗੱਲ ਕਰੂੰਗੀ ਜਿਹਦੀ ਸਾਡੇ ਕੋਲ ਰੈਫਰੈਂਸ ਮਿਲਦੀ ਆ। ਭਵਿਸ਼ਯ ਪੁਰਾਣ ਦੇ ਵਿੱਚ ਉਤਰਵ ਕਾਂਡ ਦੇ ਵਿੱਚ ਇਹ ਗੱਲ ਆਉਂਦੀ ਆ, ਦੈਟਸ ਚੈਪਟਰ 137 ਆਈ ਥਿੰਕ ਸੋ। ਉਹਦੇ ਵਿੱਚ ਇਹ ਗੱਲ ਆਉਂਦੀ ਆ ਕਿ ਜਿਹੜਾ ਇੱਕ ਜਗ੍ਹਾ ਦੇ ਉੱਤੇ ਕਿ ਕ੍ਰਿਸ਼ਨ ਜਿਹੜੇ ਆ ਉਹ ਯੁਧਿਸ਼ਟਰ ਨੂੰ ਕਹਿੰਦੇ ਆ ਕਿ ਬਈ ਤੇਰੀ ਜਿਹੜੀ ਤੇਰੀ ਰੱਖਿਆ ਆ ਉਹਦੇ ਵਾਸਤੇ ਪੁਰੋਹਿਤ ਨੂੰ ਕਿਹਾ ਜਾਂਦਾ ਆ ਕਿ ਤੂੰ ਰਾਖੀ ਬੰਨ ਉਹਦੇ ਵਿੱਚ ਬਕਾਇਦਾ ਸੀਗਾ ਕਿ ਕਾਟਨ ਦਾ ਧਾਗਾ ਹੋਣਾ ਚਾਹੀਦਾ, ਵਿੱਚ ਚੌਲ ਜਾਂ ਬਾਰਲੇ ਜਾਂ ਇਹੋ ਜਿਹਾ ਕੁਛ, ਉਹ ਕੁਛ ਦੀਆਂ ਉਹ ਜਿਹਨੂੰ ਰਾਖੀ ਕਹਿ ਦਿੰਦੇ, ਜਿਹਨੂੰ ਆਪਾਂ ਰੱਖ ਕਹਿ ਦਿੰਦੇ ਆ ਪੰਜਾਬੀ ਵਿੱਚ, ਉਹ ਬੰਨਣੀ ਹੁੰਦੀ ਸੀ। ਤਾਂ ਬੇਸਿਕਲੀ ਇਹ ਸੀਗਾ ਕਿ ਜਿਹੜਾ ਪੁਰੋਹਿਤ ਹੈ ਉਹ ਰਾਜੇ ਨੂੰ ਰੱਖ ਬੰਨ੍ਹਦਾ ਸੀਗਾ ਤਾਂ ਕਿ ਰਾਜੇ ਦੇ ਆਸ-ਪਾਸ ਕੋਈ ਬੁਰੀ ਨਜ਼ਰ ਨਾ ਆ ਸਕੇ। ਹੁਣ ਇਸ ਤੋਂ ਵੀ ਪਹਿਲਾਂ ਦੀਆਂ ਗੱਲਾਂ ਤੇ ਬਹੁਤ ਪੁਰਾਣੀਆਂ ਕਿ ਇੰਦਰ ਦੀ ਜਿਹੜੀ ਵਾਈਫ ਆ ਇੰਦਰਾਣੀ, ਉਹ ਸੌਣ ਦੇ ਮਹੀਨੇ 'ਚ ਦੇਵਤਿਆਂ ਔਰ ਅਸੁਰਾਂ ਦੀ ਲੜਾਈ ਹੁੰਦੀ ਆ, ਤੇ ਇੰਦਰ ਦੀ ਵਾਈਫ ਜਦੋਂ ਸ਼ਿਵ ਕੋਲ ਜਾਂਦੀ ਤਾਂ ਕਹਿੰਦੀ ਆ ਕਿ ਮੈਨੂੰ ਦੱਸੋ, ਤੇ ਉਹ ਫਿਰ ਉਹਨੂੰ ਕਹਿੰਦੇ ਕਿ ਤੂੰ ਤਾਂ ਆਪਣੇ ਪਤੀ ਦੇ ਹੱਥ ਤੇ ਰੱਖ ਬੰਨ੍ਹ ਦੇ। ਉਹ ਵੀ ਹੈ
तो ਉਹ ਪਤਨੀ ਵੀ ਆਪਣੇ ਪਤੀ ਦੇ ਹੱਥ ਦੇ ਉੱਤੇ ਰੱਖ ਬੰਨ ਰਹੀ ਆ। ਸੋ ਬੇਸਿਕਲੀ ਇਹ ਰੱਖ ਸੀਗੀ, ਮਤਲਬ ਇਹ ਤਾਂ ਮਾਈਥੋਲੋਜੀ ਦੇ ਵਿੱਚ ਆ ਗਿਆ। ਇਹ ਮਾਈਥੋਲੋਜੀ ਤੇ ਜਦੋਂ ਆਪਾਂ ਇਤਿਹਾਸ ਦੀ ਗੱਲ ਕਰੀਏ ਤੇ ਫਿਰ ਉੱਥੇ ਕੋਈ ਸਾਨੂੰ ਇਦਾਂ ਦੇ ਰੈਫਰੈਂਸਸ ਮਿਲਦੇ ਆ ਕਿ ਕਦੋਂ ਤੋਂ ਸ਼ੁਰੂ ਹੋਈ ਜਾਂ ਜੋ ਕਿ ਫਾਰਮੈਟ ਚ ਕਦੋਂ ਤੋਂ ਸ਼ੁਰੂ ਹੋਈ? ਫਿਰ ਉਹੀ ਗੱਲ ਆ ਜਾਂਦੀ ਨਾ, ਕਿਉਂਕਿ ਇੰਨੀ ਜ਼ਿਆਦਾ ਕਲਚਰਲੀ ਇਵੋਲਵ ਹੁੰਦੀ ਗਈ, ਕਿਉਂਕਿ ਇਹ ਇੱਕ ਥ੍ਰੈਡ ਜਿਹੜਾ ਇੱਕ ਤਰ੍ਹਾਂ ਨਾਲ ਸਿੰਬਲ ਬਣ ਗਿਆ ਕਿਸੇ ਨੂੰ ਵੀ ਇਹ ਦੱਸਣ ਦਾ ਕਿ ਤੂੰ ਮੇਰੀ ਹੈਲਪ ਲਈ ਆ, ਤੂੰ ਮੇਰੀ ਰਾਖੀ ਲਈ ਆ। ਜਿਹਦੇ ਵਿੱਚ ਰਾਣੀ ਕਰਨਾਵਤੀ ਜਦੋਂ ਹਮਾਯੂੰ ਨੂੰ ਭੇਜਦੀ ਆ ਰੱਖੜੀ, ਉਹ ਵੀ ਇੱਕ ਗੱਲ ਆਉਂਦੀ ਆ। ਉਸ ਤੋਂ ਪਹਿਲਾਂ ਰੁਖਸਾਨਾ ਜਿਹੜੀ ਹੈਗੀ ਆ ਅਲੈਗਜ਼ੈਂਡਰ ਦੀ ਵਾਈਫ, ਜਿਹੜੀ ਪੋਰਸ ਨੂੰ ਉਹ ਪੋਰਸ ਨੂੰ ਭੇਜਦੀ ਆ, ਸਿਕੰਦਰ ਦੀ ਵਾਈਫ ਪੋਰਸ ਨੂੰ ਭੇਜਦੀ ਆ ਰੱਖੜੀ ਕਿ ਤੂੰ ਇਹਨੂੰ ਕੁਝ ਕਹੀ ਨਾ, ਪਰ ਪੋਰਸ ਜਦੋਂ ਮਾਰਨ ਲੱਗਦਾ ਤਾਂ ਬਕਾਇਦਾ ਨੂੰ ਉਹ ਰੱਖੜੀ ਯਾਦ ਆ ਜਾਂਦੀ ਆ। ਸੋ ਇਹ ਚੀਜ਼ਾਂ ਹੈਗੀਆਂ। ਸੋ ਥ੍ਰੈਡ ਜਿਹੜਾ ਸੀਗਾ ਨਾ ਉਹ ਇੱਕ ਸਿੰਬਲ ਬਣ ਗਿਆ। ਜਿਵੇਂ ਆਪਾਂ ਚਿੱਟਾ ਕੱਪੜਾ ਖੜਾ ਕਰਕੇ ਕਹਿ ਦਿੰਦੇ ਕਿ ਮੇਰਾ ਤੇਰੇ ਨਾਲ ਹੁਣ ਪੀਸ ਹੋ ਗਿਆ, ਕਾਲਾ ਕਰਕੇ ਕਿ ਕਾਲੀ ਝੰਡੀ ਹੋ ਗਈ। ਸੋ ਬੇਸਿਕਲੀ ਉਹ ਇੱਕ ਤਰ੍ਹਾਂ ਨਾਲ ਇਵੇਂ ਦੀ ਰਵਾਇਤ ਸੀਗੀ। 1905 ਵਿੱਚ ਆਉਂਦੇ ਆ ਜਦੋਂ, ਤੇ ਰਵਿੰਦਰਨਾਥ ਟੈਗੋਰ ਜਦੋਂ ਬੰਗਾਲ ਦੀ ਪਾਰਟੀਸ਼ਨ ਹੁੰਦੀ ਆ, ਬੇਸਿਕਲੀ ਉਦੋਂ ਜਿਹੜਾ ਹੋਣ ਵਾਲਾ ਫਾਰਮੈਟ ਹੈ ਨਾ ਰੱਖੜੀ ਦਾ, ਉਹ ਉਦੋਂ ਸ਼ੁਰੂ ਹੁੰਦਾ ਆ ਜਿੰਨੀ ਕਿ ਮੇਰੀ ਸਮਝ ਹੈ। ਉਹ ਕਿਉਂਕਿ ਪਾਰਟੀਸ਼ਨ ਹੋ ਜਾਂਦੀ ਆ ਤੇ ਉਹ ਸਿਰਫ ਇਹ ਦੱਸਣ ਨੂੰ ਅੰਗਰੇਜ਼ਾਂ ਨੂੰ ਕਿ ਮੁਸਲਮਾਨ ਤੇ ਹਿੰਦੂ ਅਲੱਗ ਨਹੀਂ ਹੈਗੇ, ਤਾਂ ਉਹ ਉਸ ਪਾਰਟੀਸ਼ਨ ਦੇ ਖਿਲਾਫ ਇੱਕ ਤਰ੍ਹਾਂ ਨਾਲ ਰਕਸ਼ਾ ਬੰਧਨ ਨੂੰ ਦੁਬਾਰਾ ਰੀਸੈਲੀਬ੍ਰੇਟ ਕਰਨਾ ਸ਼ੁਰੂ ਕਰਦੇ ਆ। ਸੋ ਉਹ ਮਾਡਰਨ ਕੰਟੈਕਸਟ ਆ, ਹੈ ਨਾ, ਉਹ ਉਸ ਤੋਂ ਬਾਅਦ ਆਇਆ। ਉਦੋਂ ਫਿਰ ਇਹ ਭੈਣ ਭਰਾਵਾਂ ਦੀ ਆਪਸ 'ਚ ਰਕਸ਼ਾ ਬਣ ਗਈ। ਦੈਨ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਜੈਂਡਰ ਰੋਲ ਆ ਉਹ ਵੀ ਬੜਾ ਆਉਂਦਾ ਆ ਕਿ ਭਰਾ ਆ ਤੇ ਭਰਾ ਹੀ ਭੈਣ ਦੀ ਰਕਸ਼ਾ ਕਰੂਗਾ। ਸੋ ਇਹ ਇੱਕ ਵਿਗਾੜ ਬਣ ਗਿਆ, ਹੈ ਨਾ, ਇੱਕ ਆਪਾਂ ਕਹਿ ਲਈਏ ਕਿ ਇੱਕ ਰੀਤ ਜੀ ਚੱਲ ਪਈ ਤੇ ਉਸ ਹਿਸਾਬ ਨਾਲ ਜਿਹੜੀ ਉਹ ਫੋਲੋ ਹੋ ਗਈ, ਔਰ ਉਹ ਰੀਤ ਆਪਾਂ ਫਿਰ ਚਲਾਈ ਗਏ। ਤੇ ਪੰਜਾਬ 'ਚ ਵੀ ਫਿਰ ਉਹਦੇ ਲਾਗੇ ਚ ਗਈ ਆਈ ਹੋਊਗੀ। ਪੰਜਾਬ ਦੇ ਵਿੱਚ ਉਸ ਤਰ੍ਹਾਂ ਨਹੀਂ ਆਈ ਹੈ ਕਿਉਂਕਿ ਉਦੋਂ ਹੀ ਇਹ ਬੰਗਾਲ ਦੇ ਵਿੱਚ ਤਾਂ ਸ਼ੁਰੂ ਹੋ ਗਿਆ। ਪੰਜਾਬ ਦੇ ਵਿੱਚ ਨਾ, ਪੰਜਾਬ ਇੱਕ ਬੜਾ ਮਲਟੀ ਕਲਚਰਲ ਜਗ੍ਹਾ ਆ। ਦੇਖਣ ਨੂੰ ਲੱਗਦਾ ਕਿ ਨਹੀਂ, ਬੜੀ ਮਲਟੀ ਕਲਚਰਲ ਆ, ਬੜੀ ਥਾਵਾਂ ਤੋਂ ਚੀਜ਼ਾਂ ਆਈਆਂ। ਪੰਜਾਬ ਦੀ ਸਭ ਤੋਂ ਵੱਡੀ ਟ੍ਰੈਜੇਡੀ ਕੀ ਆ ਕਿ ਜਿਹੜੀਆਂ ਉਹਦੀਆਂ ਧੀਆਂ ਆ ਨਾ, ਤੇ ਮਾਵਾਂ ਨੂੰ ਧੀਆਂ ਨੂੰ ਕੁਛ ਨਾ ਕੁਛ ਦੇਣਾ ਹੁੰਦਾ ਸੀਗਾ ਤੇ ਜਦੋਂ ਉਹ ਸੌਣ ਦਾ ਟਾਈਮ ਕੱਟਣ 'ਚ ਆਉਂਦੀਆਂ ਸੀਗੀਆਂ, ਤੇ ਉਸ ਤੋਂ ਬਾਅਦ ਜਦੋਂ ਘਰ ਨੂੰ ਵਾਪਸ ਜਾਣਾ ਆ, ਤੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਹਰ ਤੀਜੇ ਦਿਨ ਆਪਾਂ ਨਹੀਂ ਆ ਸਕਦੇ ਸੀ, ਸਾਲ ਲੱਗ ਜਾਂਦਾ ਸੀ। ਤੇ ਉਹ ਫਿਰ ਆਪਣੇ ਭਰਾ ਨੂੰ ਉਦੋਂ ਨਾਲੇ ਰੱਖੜੀ ਬਣ ਜਾਂਦੀ ਸੀ, ਨਾਲੇ ਉਹ ਮਾਂ ਨੂੰ ਕੁਝ ਦੇਣ ਦਾ ਬਹਾਨਾ ਬਣ ਜਾਂਦਾ ਸੀਗਾ, ਕਿਉਂਕਿ ਮਾਵਾਂ ਭੈਣਾਂ ਜਿਹੜੀਆਂ ਸੀਗੀਆਂ ਉਹ ਘਰ ਦੇ ਮੋਹਰੀ ਨਹੀਂ ਹੁੰਦੀਆਂ ਸੀਗੀਆਂ। ਸੋ ਬੇਸਿਕਲੀ ਉੱਥੋਂ ਇਹ ਕਲਚਰ ਇਵੋਲਵ ਹੋ ਗਿਆ, ਹੈ ਨਾ। ਅੱਜ ਸਾਨੂੰ ਲੋੜ ਨਹੀਂ ਹੈਗੀ ਸ਼ਾਇਦ ਇਸ ਕਲਚਰ ਦੀ, ਸਿੱਖਾਂ ਨੂੰ ਘੱਟੋ ਘੱਟ, ਪਰ ਜਿਹੜੇ ਮਨਾਉਣਾ ਚਾਹੁੰਦੇ, ਪੰਜਾਬੀ ਮਨਾਉਣਾ ਚਾਹੁੰਦੇ, ਉਹਨਾਂ ਦੀ ਮਰਜ਼ੀ। ਬਿਲਕੁਲ, ਅਸੀਂ ਪਹਿਲਾਂ ਵੀ ਪ੍ਰੋਗਰਾਮ 'ਚ ਕਹਿ ਕੇ ਆਏ ਸੀ ਕਿ ਸਾਡਾ ਮਕਸਦ ਕਿਸੇ ਦੀ ਰੋਕ ਟੋਕ ਕਰਨਾ ਨਹੀਂ ਹੈ, ਪਰ ਹਾਂ ਸਾਡੇ ਸਿੱਖ ਸਮਾਜ ਨੂੰ ਐਜੂਕੇਟ ਕਰਨਾ ਜਿਹੜਾ ਉਹ ਸਾਡਾ ਫਰਜ਼ ਬਣਦਾ ਹੈ। ਤੇ ਅਸੀਂ ਪਹਿਲਾਂ ਹੀ ਕਿਹਾ ਕਿ ਜਦੋਂ ਕਲਚਰ ਆਪਣੀਆਂ ਹੱਦਬੰਦਾਂ ਟੱਪ ਕੇ ਜਿਹੜਾ ਹੈ ਗੁਰਦੁਆਰੇ ਦੇ ਵਿੱਚ ਪਾਲਕੀ ਸਾਹਿਬ ਤੇ ਆ ਕੇ ਰੱਖੜੀ ਬੰਨੇਗਾ, ਤੇ ਉਦੋਂ ਐਜ਼ ਏ ਜ਼ਿੰਮੇਵਾਰ ਸਿੱਖ ਹੋਣ ਦੇ ਨਾਤੇ ਅਸੀਂ ਸਵਾਲ ਵੀ ਉਠਾਵਾਂਗੇ, ਜਵਾਬ ਵੀ ਦੇਵਾਂਗੇ। ਔਰ ਅਸੀਂ ਦਰਸ਼ਕਾਂ ਨੂੰ ਵੀ ਕਹਿੰਦੇ ਕਿ ਜੇ ਤੁਹਾਡੇ ਕੋਲ ਕੋਈ ਹੋਰ ਸਵਾਲ ਹੋਵੇ, ਤੁਸੀਂ ਪੁੱਛਣਾ ਚਾਹੁੰਦੇ ਹੋਵੋ, ਤੇ ਉਹ ਵੀ ਸਾਨੂੰ ਤੁਸੀਂ ਕਾਲ ਕਰਕੇ ਸੰਪਰਕ ਕਰਕੇ ਪੁੱਛ ਸਕਦੇ ਹੋ। ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਵੀ ਉਹਨਾਂ ਸਵਾਲਾਂ ਦੇ ਜਵਾਬ ਦੇਵਾਂਗੇ। ਜੇ ਤੁਹਾਡੇ ਕੋਲ ਹੋਰ ਰੈਫਰੈਂਸਿਸ ਹੋਣ ਕਿ ਨਹੀਂ ਜੀ ਇਹ ਇੱਦਾਂ ਹੈ ਤੇ ਇਸ ਤਰੀਕੇ ਨਾਲ ਹੈ, ਤੇ ਅਸੀਂ ਉਹ ਵੀ ਜਿਹੜਾ ਹੈ ਜ਼ਰੂਰ ਜਿਹੜਾ ਦਰਸ਼ਕਾਂ ਨੂੰ ਦੱਸਾਂਗੇ। ਤੇ ਹੁਣ ਇੱਕ ਪਾਸੇ ਤੇ ਆਪਾਂ ਗੱਲਬਾਤ ਕਰਦੇ ਹਾਂ ਕਿ ਤੂੰ ਮੇਰਾ ਰਾਖਾ ਸਭਨੀ ਥਾਈ, ਇਹ ਜਿਹੜਾ ਕਨਸੈਪਟ ਹੈ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਕਿ ਜੋ ਅਕਾਲ ਪੁਰਖ ਹੈ ਉਹ ਸਾਡੀ ਰੱਖਿਆ ਕਰਦਾ ਹੈ। ਤੇ ਦੂਜੇ ਬੰਨੇ ਜੇ ਆਪਾਂ ਕਹੀਏ ਕਿ ਜਿਹੜਾ ਰੱਖੜੀ ਦਾ ਜਿਹੜਾ ਤਿਉਹਾਰ ਹੈ, ਕੀ ਇਸ ਦੇ ਵਿੱਚ ਔਰਤ ਦੀ ਪੂਰੀ ਆਜ਼ਾਦੀ ਸਾਨੂੰ ਨਜ਼ਰ ਆਉਂਦੀ ਹੈ ਜਾਂ ਕਿਤੇ ਨਾ ਕਿਤੇ ਉਹਨੂੰ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜਿਆ ਜਾਂਦਾ ਹੈ? ਮੈਂ ਤੁਹਾਨੂੰ ਉਹੀ ਗੱਲ ਪਹਿਲਾਂ ਆਪਾਂ ਹੁਣੇ ਕਰਕੇ ਹਟੇ ਕਿ ਜਿਹੜੀ ਕਲਚਰ ਆ ਨਾ, ਕਿਉਂਕਿ ਔਰਤ ਘਰ ਦੇ ਵਿੱਚ ਮੁਖੀ ਨਹੀਂ ਹੁੰਦੀ ਸੀਗੀ। ਪਹਿਲਾਂ ਬਾਪ ਤੋਂ ਬਾਅਦ ਫਿਰ ਉਹਦੇ ਪੁੱਤਰਾਂ ਦੇ ਹੱਥ ਦੇ ਵਿੱਚ ਚੀਜ਼ਾਂ, ਤੇ ਉਹਨੂੰ ਆਪਣੀ ਧੀ ਨੂੰ ਕੁਝ ਵੀ ਦੇਣ ਲਈ ਉਹਨਾਂ ਦਾ ਇੱਕ ਜਿਹੜਾ ਸਿਰ ਦੇ ਉੱਤੇ ਡੰਡਾ ਜ਼ਰੂਰੀ ਆ, ਹੈ ਨਾ, ਉਹਨਾਂ ਦੀ ਸਹਿਮਤੀ ਹੋਣਾ ਜ਼ਰੂਰੀ ਹੈ। ਤਾਂ ਇੱਕ ਤਰੀਕੇ ਨਾਲ ਇਹ ਕਲਚਰ ਇਵੋਲਵ ਹੋ ਗਿਆ ਕਿ ਆਈ ਆ ਚਲੋ ਜੀ ਸੌਣ ਕੱਟਣ, ਤੇ ਉਸ ਤੋਂ ਬਾਅਦ ਜਾਂਦੀ ਫਿਰ ਇਹ ਨਾਲ ਤੂੰ ਰੱਖੜੀ ਬੰਨ ਜਾ ਤੇ ਨਾਲੇ ਤੂੰ ਆਪਣਾ ਜੋ ਵੀ ਬਣਦਾ ਉਹ ਲੈ ਜਾ। ਤਾਂ ਉਹ ਇੱਕ ਤਰ੍ਹਾਂ ਨਾਲ ਡੈਫੀਨੇਟਲੀ ਉਹ ਤੁਹਾਡੀ ਇਕਨੋਮਿਕ ਕੰਡੀਸ਼ਨ ਨੂੰ ਵੀ ਦੱਸਦਾ ਆ। ਤੇ ਆਜ਼ਾਦੀ ਤਾਂ ਜਦੋਂ ਮੈਨੂੰ ਲੱਗਦਾ ਕਿ ਮੈਂ ਆਪਣੀ ਰੱਖਿਆ ਆਪ ਕਰ ਹੀ ਨਹੀਂ ਸਕਦੀ, ਤੇ ਮਤਲਬ ਡਿਪੈਂਡੈਂਟ ਹੋ ਗਏ ਤੇ ਮੈਂ ਤੁਹਾਡੇ ਉੱਤੇ ਡਿਪੈਂਡ ਕਰਦੀ ਆ ਕਿ ਮੈਂ ਤੈਨੂੰ ਰੱਖੜੀ ਬੰਨੀ ਆ। ਹੁਣ ਤੁਸੀਂ ਯੂਕੇ ਬੈਠੇ ਆ, ਮੈਂ ਇੰਡੀਆ ਬੈਠੀ ਆ, ਤੁਸੀਂ ਮੇਰੀ ਰੱਖਿਆ ਕਰਨ ਆਓਗੇ ਕਿੱਦਾਂ, ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਡੈਫੀਨੇਟਲੀ ਔਰਤ ਦੀ ਸਿਚੁਏਸ਼ਨ ਨੂੰ ਬੜਾ ਕਲੀਅਰ ਕੱਟ ਦੱਸਦੀਆਂ ਆ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਚੱਲੀਆਂ ਸੀ। ਟ੍ਰੈਜੇਡੀ ਕੀ ਆ ਕਿ ਅਸੀਂ ਅੱਜ ਵੀ ਉਦੋਂ ਤਾਂ ਹੋਊਗੀ, ਉਹਨਾਂ ਦੀ ਪ੍ਰੋਬਲਮ ਹੋਊਗੀ, ਉਹਨਾਂ ਦੀ ਮੁਸ਼ਕਲ ਹੋਊਗੀ, ਉਹਨਾਂ ਦੀ ਇਹ ਕੰਪਲਿਕੇਸ਼ਨ ਹੋਊਗੀ ਕਿ ਉਹ ਹੋਰ ਕੁਝ ਨਹੀਂ ਕਰ ਸਕਦੇ। ਅੱਜ ਜਦੋਂ ਧੀਆਂ ਆਪ ਕਮਾਉਂਦੀਆਂ ਨੇ ਤੇ ਬਕਾਇਦਾ ਆਪਣੇ ਭਰਾਵਾਂ ਨੂੰ ਦੇ ਸਕਦੀਆਂ ਨੇ, ਮੇਰਾ ਭਰਾ ਮੇਰੇ ਕੋਲੋਂ ਡੰਡੇ ਨਾਲ ਪੈਸੇ ਲੈਂਦਾ ਆ, ਹਨਾ, ਹਰ ਮਹੀਨੇ ਹੀ ਲੈਂਦਾ ਆ, ਤੇ ਉਹ ਇਸ ਟਾਈਮ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ ਚੀਜ਼ ਦੀ ਕੋਈ ਲੋੜ ਹੈਗੀ ਆ ਦੇਣ ਲੈਣ ਦੀ।
ਜੀ। ਤੋ ਯੈਸ, ਉਦੋਂ ਦਾ ਤਾਂ ਇਹ ਹੈਗਾ ਕਿ ਔਰਤਾਂ ਦੀ ਸਿਚੁਏਸ਼ਨ ਨੂੰ ਰੱਖਦੇ ਹੋਏ, ਮੁੱਖ ਰੱਖਦੇ ਹੋਏ ਇੱਕ ਕਲਚਰ ਬਣਿਆ ਸੀ, ਜਿਵੇਂ ਕਿ ਦਾਜ ਦਾ ਕਲਚਰ ਵੀ ਐਵੇਂ ਨਿਕਲਿਆ ਆ ਕਿ ਇੱਕੋ ਵਾਰੀ ਦੇ ਦਿਓ, ਕਿਉਂਕਿ ਇਹਨੇ ਕਿਹੜਾ ਵਿਚਾਰੀ ਨੇ ਬਾਅਦ ਪ੍ਰਾਪਰਟੀ ਰਾਈਟ ਲੈਣੀ ਆ। ਆਪਾਂ ਕਹਿ ਲਈਏ ਕਿ ਕਿਤੇ ਨਾ ਕਿਤੇ ਜਿਹੜਾ ਸਿੱਖੀ ਦੇ ਵਿੱਚ ਦਾਜ ਦਾ ਕਨਸੈਪਟ ਵੀ ਨਹੀਂ ਹੈ, ਪਰ ਫਿਰ ਵੀ ਜਿਹੜਾ ਸਮਾਜ ਦਾ ਹਿੱਸਾ ਔਰ ਸਮਾਜ ਦੀਆਂ ਕੁਰੀਤੀਆਂ ਨੂੰ ਜਿਹੜਾ ਉਜਾਗਰ ਕਰਨਾ, ਉਹੀ ਇੱਕ ਜ਼ਿੰਮੇਵਾਰ ਮੀਡੀਆ ਦਾ ਜਿਹੜਾ ਹੈ ਫਰਜ਼ ਹੁੰਦਾ ਹੈ। ਹੁਣ ਜੇ ਗੁਰੂ ਸਾਹਿਬ ਆਪਾਂ ਕਹਿ ਲਈਏ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ, ਤੇ ਫਿਰ ਉਹ ਇਹ ਕਦੀ ਵੀ ਨਹੀਂ ਹੋ ਸਕਦਾ, ਜਿੱਦਾਂ ਭੈਣ ਜੀ ਹੁਣਾਂ ਨੇ ਐਕਸਪਲੇਨ ਕੀਤਾ ਕਿ ਹੋ ਹੀ ਨਹੀਂ ਸਕਦਾ ਕਿ ਇਹ ਰੱਖੜੀ ਵਾਲੀ ਰਸਮ ਗੁਰੂ ਸਾਹਿਬ ਨੇ ਨਿਭਾਈ ਹੋਵੇ। ਔਰ ਦੂਸਰੀ ਗੱਲ ਇਹ ਹੈ ਕਿ ਜੋ ਤਸਵੀਰ ਜਿਹੜੀ ਬਣਾਈ ਜਾਂਦੀ ਹੈ ਉਹ ਅਜੋਕੇ ਸਮੇਂ ਦੀ ਬਣਾਈ ਜਾਂਦੀ ਹੈ। ਹੁਣ ਗੁਰੂ ਸਾਹਿਬ ਜਿਹੜੇ ਨੇ ਜੋਤੀ ਜੋਤ ਸਮਾ ਜਾਂਦੇ ਨੇ 1539 ਨੂੰ, ਤੇ ਜਿਹੜੀ ਹੁਣ ਵਾਲੀ ਰੱਖੜੀ ਦੀ ਰਸਮ ਹੈ ਉਹ ਤੇ ਆਪਾਂ ਕਿ 1905 ਦੇ ਵਿੱਚ ਸ਼ੁਰੂ ਹੁੰਦੀ ਹੈ। ਹੁਣ ਆਪਣੇ ਆਪ ਦੇ ਵਿੱਚ ਇਹ ਸਵਾਲੀਆ ਚਿੰਨ੍ਹ ਹੈ ਕਿ ਕਿਤੇ ਅਸੀਂ ਗੁਰੂ ਸਾਹਿਬ ਨੂੰ ਟੋਪੀਆਂ ਪਾਉਂਦਾ ਦਿਖਾ ਦਿੰਦੇ ਹਾਂ, ਕੁਝ ਇਸ ਤਰ੍ਹਾਂ ਦੀਆਂ ਆਪਾਂ ਕਹੀਏ ਕਿ ਕਰਮਕਾਂਡ ਜਿਹੜੇ ਅਸੀਂ ਆਪ ਕਰਨੇ ਹੁੰਦੇ ਨੇ, ਅਸੀਂ ਪਹਿਲਾਂ ਉਹ ਤਸਵੀਰ ਰੂਪ ਦੇ ਵਿੱਚ, ਜਾਂ ਜੋ ਸਾਡੇ ਵਿਰੋਧੀ ਨੇ ਉਹ ਸਾਡੇ ਸਾਹਮਣੇ ਇਸ ਤਰ੍ਹਾਂ ਪੇਸ਼ ਕਰ ਦਿੰਦੇ ਨੇ ਕਿ ਸਾਡੇ ਕੋਲੋਂ ਕਈ ਕਿ ਜਿਹੜੇ ਆਮ ਸਿੱਖ ਨੇ ਜਾਂ ਜਿਹੜਾ ਲੇਮਨ ਹੈਗਾ ਉਹਦੇ ਕੋਲ ਜਿਹੜਾ ਇਹਦਾ ਆਨਸਰ ਹੀ ਨਾ ਹੋਵੇ। ਜੀ ਬਿਲਕੁਲ ਜੀ। ਤੇ ਕੁਝ ਜਿਹੜੇ ਆਪਣੇ ਇੱਥੇ ਲੋਕ ਹੈਗੇ ਨੇ ਉਹ ਇਹ ਸਵਾਲ ਕਰਦੇ ਨੇ ਕਿ ਅਸੀਂ ਬਾਹਰਲੇ ਮੁਲਕਾਂ 'ਚ ਰਹਿੰਦੇ ਹਾਂ, ਕਿ ਅਸੀਂ ਵੈਸਟਰਨ ਵਰਲਡ ਦੇ ਵਿੱਚ ਰਹਿੰਦੇ ਹਾਂ, ਤੇ ਜੇ ਅਸੀਂ ਵੈਸਟਰਨ ਵਰਲਡ ਦੇ ਵਿੱਚ ਰਹਿ ਕੇ ਫਾਦਰਸ ਡੇ, ਮਦਰਸ ਡੇ ਮਨਾ ਸਕਦੇ ਹਾਂ, ਤੇ ਫਿਰ ਅਸੀਂ ਉਧਰਲੇ ਬੰਨੇ ਰਹਿ ਕੇ, ਜਾਂ ਆਪਾਂ ਕਹਿ ਲਈਏ ਕਿ ਅਸੀਂ ਭਾਰਤ ਦੇ ਵਿੱਚ ਰਹਿ ਕੇ ਰੱਖੜੀ ਕਿਉਂ ਨਹੀਂ ਮਨਾ ਸਕਦੇ? ਇਹਦਾ ਫਿਰ ਉਹੀ ਜਵਾਬ ਉਹੀ ਹੈ ਕਿ ਦੇਖੋ ਜੀ, ਇਹ ਤੁਹਾਡੀ ਆਪਣੀ ਮੱਤ ਹੈ ਜੀ। ਤੁਹਾਨੂੰ ਲੱਗਦਾ ਹੋਊਗਾ ਕਿ ਫਾਦਰਸ ਡੇ ਇੱਕ ਦਿਨ 'ਚ ਸਮਾ ਸਕਦਾ ਆ, ਤੁਹਾਡੀ ਮਰਜ਼ੀ। ਮੈਂ ਤਾਂ ਆਪਣਾ ਫਾਦਰ ਰੋਜ਼ ਸੈਲੀਬ੍ਰੇਟ ਕਰਦੀ ਆ, ਕਿਉਂਕਿ ਮੇਰੇ ਫਾਦਰ ਮੇਰੇ ਲਈ ਹੀਰੋ ਆ, ਔਰ ਉਹ ਰੋਜ਼ ਸੈਲੀਬ੍ਰੇਟ ਕਰਨ ਵਾਲੀ ਗੱਲ ਆ। ਇੱਕ ਦਿਨ ਦੇ ਵਿੱਚ ਉਹ ਸਮਾ ਨਹੀਂ ਸਕਦੇ। ਮੇਰੀ ਮਦਰ ਜਿਹੜੀ ਆ, ਉਹਨੇ ਸਾਨੂੰ ਜੋ ਕੁਝ ਵੀ ਦਿੱਤਾ, ਅਸੀਂ ਜੋ ਵੀ ਹਾਂ, ਉਹ ਮੇਰੀ ਮਾਂ ਕਰਕੇ ਆ। ਮੈਂ ਉਹਨੂੰ ਇੱਕ ਦਿਨ 'ਚ ਕਿੱਦਾਂ ਬੰਨ੍ਹ ਸਕਦੀ ਆ? ਇਹ ਤੁਹਾਡੀ ਮਰਜ਼ੀ ਆ। ਤੁਸੀਂ ਉਹਨਾਂ ਨੂੰ ਇੱਕ ਦਿਨ 'ਚ ਬੰਨ੍ਹ ਰਹੇ ਆ ਤਾਂ ਤੁਸੀਂ ਰੱਖੜੀ ਮਨਾ ਸਕਦੇ, ਬਿਲਕੁਲ ਕਿਉਂ ਨਹੀਂ ਮਨਾ ਸਕਦੇ, ਤੁਹਾਡੀ ਆਪਣੀ ਸੋਚ ਆ। ਪਰ ਜਦੋਂ ਤੁਸੀਂ ਸਿੱਖੀ ਰਵਾਇਤਾਂ ਦੇ ਨਾਲ ਵੇਖੋਗੇ, ਇਹਨੂੰ ਇਹ ਨਾ ਕਹੋ, ਇਹ ਕਹੋ ਕਿ ਬਈ ਅਸੀਂ ਇੱਕ ਇੰਜੋਇਮੈਂਟ ਆ, ਠੀਕ ਆ, ਭੈਣ ਭਰਾਵਾਂ ਨੂੰ ਮਿਲ ਲਈਦਾ, ਇਸ ਕਰਕੇ ਅਸੀਂ ਜਾਂਦੇ ਆ ਕਲਚਰਲ ਤੌਰ ਦੇ ਉੱਤੇ। ਪਰ ਉਹਨੂੰ ਇਹ ਨਾ ਕਹੋ ਕਿ ਇਹ ਤਾਂ ਜ਼ਰੂਰੀ ਆ। ਜਿੱਦਾਂ ਸਾਨੂੰ ਛੋਟੇ ਹੁੰਦਿਆਂ ਨੂੰ ਕਿਹਾ ਜਾਂਦਾ ਸੀਗਾ ਕਿ ਖਾਲੀ ਪੇਟ ਸਿਰ ਤੇ ਚੁੰਨੀ ਲੈ ਕੇ ਫੇਰ ਹੀ ਬੰਨਣੀ ਆ, ਹਨਾ, ਰੱਖੜੀ। ਸਾਡੇ ਨਾਲ ਧਾਰਮਿਕ ਰੂਪ ਦਿੱਤਾ ਗਿਆ ਸੀ। ਹਾਂਜੀ ਕਿ ਔਰ ਜ਼ਰੂਰੀ ਬੰਨਣੀ ਆ, ਜੇ ਨਹੀਂ ਬੱਜੀ ਤੇ ਫਿਰ ਉਹ ਅਪਸ਼ਗਨ ਵੀ ਆ। ਔਰ ਕਿੰਨਾ ਪੈਸਾ ਹਰ ਸਾਲ ਸਿਰਫ ਇਸੇ ਚੀਜ਼ ਦੇ ਉੱਪਰ ਖਰਚ ਹੁੰਦਾ ਹੈ ਕਿ ਇੰਡੀਆ ਤੋਂ ਭੈਣਾਂ ਇੱਧਰ ਭੇਜਦੀਆਂ ਆ, ਇੱਥੋਂ ਵਾਪਸ ਭੇਜਦੀਆਂ, ਕਮਰਸ਼ੀਅਲਾਈਜ਼ਡ ਹੋ ਗਿਆ। ਪਰ ਇਹਦੇ ਨਾਲ ਕੀ ਹੈ ਕਿ ਜਿਹੜਾ ਤੁਸੀਂ ਆਪਣੇ ਨਾਲ ਇੱਕ ਜੋੜ ਲਈ ਨਾ ਗੱਲ, ਕਿ ਇਹਨੂੰ ਇਹਦੇ ਨਾਲ ਜੇ ਨਹੀਂ ਕੀਤਾ ਤੇ ਮੇਰੇ ਭਰਾ ਲਈ ਗਲਤ ਆ, ਜਾਂ ਮੇਰੇ ਲਈ ਗਲਤ ਆ, ਜਾਂ ਸਾਡੇ ਰਿਸ਼ਤੇ ਲਈ ਗਲਤ, ਉਹਦੇ ਨਾਲ ਨਾ ਜੋੜੋ। ਹਾਂ, ਆਪਣੇ ਮਨ ਦਾ ਚਾਹ ਕਰਨਾ, ਤੇ ਤੁਸੀਂ ਚਾਹੇ ਕ੍ਰਿਸਮਸ ਮਨਾਓ, ਚਾਹੇ ਤੁਸੀਂ ਜੋ ਮਰਜ਼ੀ ਮਨਾਈ ਜਾਓ, ਇਟਸ ਓਕੇ। ਪਰ ਉਹੀ ਗੱਲ ਉੱਥੇ ਆ ਜਾਂਦੀ ਹੈ ਕਿ ਧਰਮ ਦੀਆਂ ਬਾਉਂਡਰੀਜ਼ ਦੇ ਵਿੱਚ ਇਸ ਨੂੰ ਨਾ ਲੈ ਕੇ ਆਓ। ਜੇ ਅਸੀਂ ਫਾਦਰਸ ਡੇ, ਮਦਰਸ ਡੇ ਦੀ ਗੱਲ ਕਰਦੇ ਹਾਂ, ਤੇ ਉਹ ਤੁਹਾਨੂੰ ਕ੍ਰਿਸਚੀਅਨਿਟੀ ਦੇ ਨਾਲ ਇਹਨਾਂ ਨਹੀਂ ਜੋੜਦੇ ਹੈਗੇ, ਜਾਂ ਉਹਨਾਂ ਦਾ ਕੋਈ ਕਨਸੈਪਟ ਨਹੀਂ ਹੈਗਾ, ਜਾਂ ਉਹ ਆਪਾਂ ਗੁਰਦੁਆਰਿਆਂ 'ਚ ਨਹੀਂ ਮਨਾਉਣ ਲੱਗਦੇ। ਪਰ ਉਹਨੂੰ ਐਜ਼ ਏ ਜਨਰਲੀ ਤੁਸੀਂ ਸੋਸ਼ਲੀ ਜੇ ਮਨਾਉਣਾ ਹੈ ਤੇ ਮਨਾਓ, ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ। ਪਰ ਹਾਂ, ਇਸ ਨੂੰ ਸਿੱਖ ਤਿਉਹਾਰ ਕਹਿ ਕੇ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਇਸ ਤਰੀਕੇ ਨਾਲ ਲਾ ਕੇ ਜਿਹੜਾ ਹੈ ਬਾਉਂਡਰੀਜ਼ ਕ੍ਰੋਸ ਨਾ ਕਰੋ, ਕਿਉਂਕਿ ਉਸ ਦੇ ਨਾਲ ਜਿਹੜਾ ਮੈਸੇਜ ਹੈ ਗਲਤ ਜਾਂਦਾ ਹੈ। ਤੇ ਹੋਰ ਕੁਝ ਤੁਸੀਂ ਇਸ ਦੇ ਵਿੱਚ ਐਡ ਅਪ ਕਰਨਾ ਚਾਹੋਗੇ? ਇਹਦੇ ਵਿੱਚ ਸਭ ਤੋਂ ਮੈਂ ਅਗੇਨ ਟੂ ਸਮ ਅਪ ਮੈਂ ਇਹੀ ਗੱਲ ਕਹੂੰਗੀ ਕਿ ਜਿਹੜੀ ਤੁਸੀਂ ਕੋਈ ਵੀ ਕੰਮ ਆਪਣਾ ਕਰਦੇ ਹੋ ਨਾ ਜੀ, ਸਾਡੇ ਕੋਲ ਦੋ ਤਰ੍ਹਾਂ ਦੇ ਫੁਰਕਾਨ ਹੈ। ਫੁਰਕਾਨ ਹੁੰਦਾ ਪੈਰਾਮੀਟਰ ਸਾਡੇ ਕੋਲ ਦੋ ਨੇ ਜੇ ਤੁਸੀਂ ਸਿੱਖੀ ਦੇ ਨਾਲ ਦੇਖਣਾ ਹੈ ਤਾਂ, ਇੱਕ ਗੁਰਬਾਣੀ ਤੇ ਦੂਸਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੁਸੀਂ ਇਹ ਗੁਰਬਾਣੀ ਤੇ ਗੁਰੂ ਇਤਿਹਾਸ, ਇਹ ਦੋ ਚੀਜ਼ਾਂ। ਤੁਸੀਂ ਇਹ ਦੇਖ ਲਓ ਕਿ ਜੋ ਵੀ ਮੈਂ ਕਰ ਰਹੀ ਹਾਂ, ਕਿਆ ਉਹ ਗੁਰਬਾਣੀ ਦੇ ਅਕੋਰਡਿੰਗ ਜਾਂ ਗੁਰੂ ਇਤਿਹਾਸ ਦੇ ਅਕੋਰਡਿੰਗ ਉਹ ਸਿੱਖੀ ਰਵਾਇਤਾਂ ਦਾ ਹੋ ਸਕਦਾ ਹੈ। ਮਾਈ ਭਾਗ ਕੌਰ ਜਦੋਂ ਇੱਕ ਪ੍ਰੋਪਰ ਤਲਵਾਰ ਚਲਾ ਸਕਦੀ ਆ, ਤਾਂ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਕਿਸੇ ਹੋਰ ਦੀ ਲੋੜ ਆ ਉਹਦੀ ਰੱਖਿਆ ਕਰਨ ਦੀ ਪੋਸੀਬਿਲਿਟੀ ਹੈ? ਸਾਨੂੰ ਗੁਰੂ ਪਾਤਸ਼ਾਹ ਨੇ ਸਾਡੇ ਆਪਣੇ ਸ਼ਸਤਰ ਬਖਸ਼ੇ ਆ। ਸਾਨੂੰ ਇੰਜ ਨਹੀਂ ਆ ਕਿ ਤੁਸੀਂ ਕੁੜੀਆਂ ਆਓ ਤੇ ਤੁਹਾਨੂੰ ਨਹੀਂ ਪਾਉਣਾ, ਤੁਸੀਂ ਨਹੀਂ ਪਾਉਣੇ। ਤੁਸੀਂ ਬਰਾਬਰ ਜਿੰਨੀ ਲੰਬੀ ਤਲਵਾਰ ਜਾਂ ਕਿਰਪਾਨ ਜਿਹੜੀ ਹੈਗੀ ਆ ਉਹ ਆਦਮੀ ਰੱਖਦੇ, ਤੁਸੀਂ ਉਨੀ ਰੱਖ ਸਕਦੇ ਆ। ਇਹ ਤੁਹਾਡੀ ਮਰਜ਼ੀ ਆ ਕਿ ਤੁਸੀਂ ਰੱਖਦੇ ਆ ਕਿ ਨਹੀਂ ਰੱਖਦੇ। ਸੋ ਇਹਨੂੰ ਸਿੱਖਾਂ ਜਦੋਂ ਵੀ ਕਿਸੇ ਸਿੱਖੀ ਧਰਮ, ਸਿਰਫ ਰੱਖੜੀ ਦੀ ਗੱਲ ਨਹੀਂ, ਕੋਈ ਵੀ ਐਸਾ ਤਿਉਹਾਰ ਜਿਹਨੂੰ ਮਨਾਉਣ ਲੱਗੇ ਤੁਹਾਨੂੰ ਲੱਗੇ ਕਿ ਸਿੱਖੀ ਦਾ ਹੈ ਕਿ ਨਹੀਂ ਹੈ, ਥੋੜਾ ਜਿਹਾ ਹਵਾਲਾ ਗੁਰਬਾਣੀ ਕੋਲੋਂ ਤੇ ਜਾਂ ਗੁਰੂ ਇਤਿਹਾਸ ਕੋਲੋਂ ਲੈ ਲਿਆ ਕਰੋ ਕਿ ਜੇ ਮੇਰੇ ਗੁਰੂ ਪਾਤਸ਼ਾਹ ਹੁੰਦੇ ਤਾਂ ਉਹ ਕੀ ਕਰਦੇ। ਦੈਟਸ ਇਟ। ਤੁਹਾਡੇ ਕਾਫੀ ਸਾਰੇ ਆਨਸਰਸ ਜਿਹੜੇ ਆ ਉਹ ਹੱਲ ਹੋ ਜਾਣਗੇ।
ਬਿਲਕੁਲ ਜੀ। ਤੇ ਅਖੀਰ ਤੇ ਆਪਾਂ ਇਹੀ ਕਹਿੰਦੇ ਕਿ ਔਰਤ ਨੂੰ ਜਿਹੜੀ ਬਰਾਬਰਤਾ ਦੀ ਜਿਹੜੀ ਗੱਲ ਹੈਗੀ ਹੈ, ਜਦੋਂ ਆਪਾਂ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤੇ ਇੱਥੇ ਵੀ ਜਿਹੜਾ ਹੈ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ, ਤੇ ਉਹ ਵੀ ਜਿਹੜਾ ਹੈਗਾ 17ਵੀਂ 18ਵੀਂ ਸਦੀ ਦੇ ਵਿੱਚ ਇੱਕ ਲੰਬਾ ਸੰਘਰਸ਼ ਕਰਕੇ ਜਿਹੜਾ ਉਹ ਇਹਨਾਂ ਨੇ ਇੱਥੇ ਵੀ ਪ੍ਰਾਪਤ ਕੀਤਾ ਹੈ। ਪਰ ਸਾਡੇ ਗੁਰੂ ਸਾਹਿਬ ਨੇ ਇਹ ਸਾਰਾ ਕੁਝ 500 ਸਾਲ ਪਹਿਲਾਂ ਹੀ ਜਿਹੜਾ ਸਾਨੂੰ ਕਰਕੇ ਦਿਖਾ ਦਿੱਤਾ। ਗੁਰੂ ਸਾਹਿਬ ਨੇ ਤੇ ਗੱਲ ਹੀ ਇੱਥੋਂ ਕੀਤੀ ਸੀ ਕਿ ਸੋ ਕਿਉ ਮੰਦਾ ਆਖੀਏ ਜਿਸ ਜਨਮੇ ਰਾਜਾਨ। ਔਰ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਔਰਤ ਦੀ ਆਜ਼ਾਦੀ ਦਾ, ਜੇ ਆਪਾਂ ਕਹੀਏ ਕਿ ਪਹਿਲਾ ਝੰਡਾ ਗੁਰੂ ਸਾਹਿਬ ਨੇ ਆਪ ਬੁਲੰਦ ਕੀਤਾ ਸੀ। ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਅਸੀਂ ਪੂਰੇ ਆਪਾਂ ਸਕ੍ਰਿਪਚਰ ਕਹਿ ਲਈਏ ਜਾਂ ਆਪਾਂ ਕਹਿ ਲਈਏ ਕਿ ਪੂਰਾ ਜਦੋਂ ਆਪਾਂ ਪੂਰਾ ਪੜ੍ਹਦੇ ਹੈਗੇ ਆ, ਸਾਨੂੰ ਕਿਸੇ ਵੀ ਗ੍ਰੰਥ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨਹੀਂ ਮਿਲਦੀਆਂ ਜਿਸ ਦੇ ਵਿੱਚ ਔਰਤ ਦੀ ਬਰਾਬਰੀ ਦੀ ਗੱਲ ਕੀਤੀ ਹੋਵੇ। ਤੇ ਸਾਨੂੰ ਗੁਰੂ ਸਾਹਿਬ ਤੇ ਲਾ ਕੇ ਗਏ ਨੇ ਔਰਤ ਦੀ ਬਰਾਬਰੀ ਦੀ ਗੱਲ। ਔਰ ਇੱਥੇ ਜਿਹੜਾ ਹੈ ਇੱਦਾਂ ਦੇ ਤਿਉਹਾਰ ਮਨਾ ਕੇ ਅਸੀਂ ਕਰਨੀ ਚਾਹੁੰਦੇ ਹਾਂ ਕਿ ਔਰਤ ਜਿਹੜੀ ਹੈ ਗੁਲਾਮ ਹੋ ਜਾਵੇ ਜਾਂ ਉਹ ਡਿਪੈਂਡੈਂਟ ਹੋ ਜਾਵੇ ਜਾਂ ਕਿਸੇ ਦੇ ਅਧੀਨ ਹੋ ਜਾਵੇ, ਤੇ ਇਹ ਆਪਣੇ ਆਪ ਦੇ ਵਿੱਚ ਵੀ ਗੱਲ ਸ਼ੋਭਾ ਨਹੀਂ ਦਿੰਦੀ। ਕਲਚਰਲ ਤੌਰ ਤੇ ਚਾਹੇ ਅਸੀਂ ਮਦਰਸ ਡੇ ਮਨਾਈਏ, ਫਾਦਰਸ ਡੇ ਮਨਾਈਏ ਜਾਂ ਰੱਖੜੀ ਮਨਾਈਏ, ਉਹ ਸਾਰਾ ਕੁਝ ਪ੍ਰਵਾਨ ਹੈ, ਕੋਈ ਪ੍ਰੋਬਲਮ ਨਹੀਂ। ਪਰ ਜਦੋਂ ਧਰਮ ਦੀਆਂ ਹੱਦਬੰਦਾਂ ਤੋੜ ਕੇ ਇਹ ਚੀਜ਼ਾਂ ਧਰਮ ਦੇ ਵਿੱਚ ਆ ਕੇ ਇੰਟਰਫੇਅਰ ਕਰਨਗੀਆਂ ਤੇ ਆਪਣੇ ਆਪ ਦੇ ਵਿੱਚ ਜਿਹੜਾ ਹੈ ਸਵਾਲ, ਜਿਵੇਂ ਭੈਣ ਜੀ ਹੁਣਾਂ ਨੇ ਦੱਸਿਆ ਕਿ ਤੁਸੀਂ ਆਪ ਪੂਰਾ ਗੁਰੂ ਇਤਿਹਾਸ ਦੇਖ ਲਓ ਕਿ ਕੀ ਕਿਸੇ ਹੋਰ ਗੁਰੂ ਸਾਹਿਬ ਨੇ ਰੱਖੜੀ ਬੰਨ੍ਹੀ ਸੀ, ਪਹਿਲੇ ਪਾਤਸ਼ਾਹ, ਦੂਸਰੇ ਪਾਤਸ਼ਾਹ, ਤੀਸਰੇ ਪਾਤਸ਼ਾਹ, ਤੇ ਕੀ ਕਦੀ ਇਸ ਤਰ੍ਹਾਂ ਦਾ ਹੋਇਆ ਹੈ ਕਿ 17ਵੀਂ 18ਵੀਂ ਦੇ ਸਦੀ ਦੇ ਸਿੱਖਾਂ ਨੇ ਰੱਖੜੀ ਬੰਨ੍ਹੀ ਸੀ? ਕਦੀ ਤੁਸੀਂ ਇਹ ਚੀਜ਼ਾਂ ਦੇਖੀਆਂ ਸੀ ਕਿ ਇਹ ਕੰਮ ਹੋਇਆ ਹੋਵੇ? ਤੇ ਜ਼ਰੂਰ ਤੁਸੀਂ ਹੈ ਇਸ ਨੂੰ ਬਾਅਦੋਂ ਅੱਜ ਦਾ ਸਾਡਾ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ। ਸਾਡਾ ਸਟੂਡੀਓ ਦਾ ਨੰਬਰ ਹੈ 0121551101 ਤੇ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।